ਪੰਜਾਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਡਾਕਟਰ ਅਮਨਦੀਪ ਸਿੰਘ। ਯੂ ਆਰ ਐਨ ਇੰਸਟੀਟਿਊਸ਼ਨ ਜਿਨ੍ਹਾਂ ਨੇ ਤਿੰਨ ਅਵਾਰਡ ਜਿਹੜੇ ਹੈਗੇ ਆ, ਉਹ ਅਵਾਰਡ ਜਿਹੜੇ ਕਿ ਅੱਜ ਮੇਰਾ ਖਿਆਲ ਆ ਕਿ ਅੱਜ ਤੱਕ ਕਦੇ ਵੀ ਕਿਸੇ ਬੰਦੇ ਨੇ ਨਹੀਂ ਜਿੱਤੇ। Awards है श्री डॉक्टर VP लखनपाल गोल्ड मेडल अवार्ड, डॉक्टर देवान चंद अग्रवाल मेमोरियल ओरेशन and President Appreciation Award. And yes, you are right, I am the first radiologist to get all these awards simultaneously. ਪੰਜਾਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਡਾਕਟਰ ਅਮਨਦੀਪ ਸਿੰਘ, ਇੱਕ ਐਸਾ ਨਾਮ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਆਪਣੀਆਂ ਡਿਪਾਰਟਮੈਂਟ ਆਫ ਰੇਡੀਓਲੋਜੀ ਦੇ ਵਿੱਚ, ਔਰ ਪ੍ਰੋਫੈਸਰ ਨੇ ਡਿਪਾਰਟਮੈਂਟ ਆਫ ਰੇਡੀਓਲੋਜੀ ਦੇ ਵਿੱਚ SGRD ਕਾਲਜ ਦੇ ਵਿੱਚ। ਸਰ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਧੰਨਵਾਦ ਜੀ, ਥੈਂਕ ਯੂ ਸੋ ਮਚ। ਡਾਕਟਰ ਸਰ, ਕੀ ਕਹਿਣਾ ਚਾਹੋਗੇ ਕਿ ਯੂ ਆਰ ਐਨ ਇੰਸਟੀਟਿਊਸ਼ਨ ਜਿਨ੍ਹਾਂ ਨੇ ਤਿੰਨ ਅਵਾਰਡ ਜਿਹੜੇ ਹੈਗੇ ਆ, ਉਹ ਅਵਾਰਡ ਜਿਹੜੇ ਕਿ ਅੱਜ ਮੇਰਾ ਖਿਆਲ ਆ ਕਿ ਅੱਜ ਤੱਕ ਕਦੇ ਵੀ ਕਿਸੇ ਬੰਦੇ ਨੇ ਨਹੀਂ ਜਿੱਤੇ। ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਕ੍ਰੀਏਟਿਵ ਰੱਖਦੇ ਹੋ, ਔਰ ਰੇਡੀਓਲੋਜੀ ਦੀ ਜਿਹਦੇ ਵਿੱਚ 4000 ਦੇ ਕਰੀਬ ਡਾਕਟਰਸ ਆਏ, ਇੱਕ ਬਹੁਤ ਵੱਡੀ ਕਾਨਫਰੰਸ ਹੋਈ, ਕੀ ਕਹਿਣਾ ਚਾਹੋਗੇ? ਦੇਖੋ, ਇਹ ਸੀ ਸਾਡੀ ਕਾਨਫਰੰਸ ਸੀ 75th ਐਨੂਅਲ ਨੈਸ਼ਨਲ ਕਾਨਫਰੰਸ ਇੰਡੀਅਨ ਰੇਡੀਓਲੋਜੀਕਲ ਐਂਡ ਇਮੇਜਿੰਗ ਐਸੋਸੀਏਸ਼ਨ ਦੀ। ਇਹ ਹੋਈ ਸੀ ਐਟ ਗੁਰੂ ਨਾਨਕ ਦੇਵ ਯੂਨੀਵਰਸਿਟੀ। It was attended by nearly 4,000 radiologists all over India. In Punjab, in the last 20 years, this was the first time ਅਸੀਂ hosted ਸੀਗੇ ਅਤੇ it was very successful. ਸਾਰੇ ਜਿੰਨੇ post COVID era, everyone ਸਾਰੇ ਨੂੰ ਇੰਟਰਸਟ ਸੀ ਅੰਮ੍ਰਿਤਸਰ ਆਉਣ ਦਾ, to visit Golden Temple, ਵਾਹਗਾ ਬਾਰਡਰ ਅਤੇ ਸਾਰਾ ਦੁਰਗਿਆਨਾ ਮੰਦਿਰ। ਐਂਡ ਜਿੰਨੀ ਸਾਇੰਟੀਫਿਕ ਡੈਲੀਬਰੇਸ਼ਨ ਸੀਗੀਆਂ ਫਰੋਮ ਆਲ ਓਵਰ, ਵੀ ਹੈਡ ਨੀਅਰਲੀ 60 ਤੋਂ ਇੰਟਰਨੈਸ਼ਨਲ ਫੈਕਲਟੀ ਸੀਗੀਆਂ, ਨੀਅਰਲੀ 300 ਨੈਸ਼ਨਲ ਫੈਕਲਟੀ। ਉਹ ਸਾਰਿਆਂ ਦਾ ਇੱਥੇ ਔਰਗਨਾਈਜ਼ ਕਰਨਾ, ਐਵਰੀਥਿੰਗ ਬੜਾ ਅੱਛਾ ਸ਼ੋਅ ਰਿਹਾ। ਇਟ ਵਾਜ਼ ਰੀਅਲੀ ਵੈਰੀ ਗੁੱਡ। ਕਾਫੀ ਸਟੂਡੈਂਟਸ ਸੀ, ਰਿਸਰਚ ਐਂਡ ਆਲ ਦੈਟ, ਜਿੰਨੇ ਪੇਪਰਸ ਪ੍ਰੈਜ਼ੈਂਟ ਹੋਏ, ਸਾਰਾ ਬੜਾ ਅੱਛਾ ਸਾਡਾ ਉਹ ਸਿਸਟਮ ਰਿਹਾ। ਅਵਾਰਡਸ ਹੈ ਜਿਹੜੇ ਡਾਕਟਰ VP ਲਖਨਪਾਲ ਗੋਲਡ ਮੈਡਲ ਅਵਾਰਡ, ਡਾਕਟਰ ਦੇਵਾਨ ਚੰਦ ਅਗਰਵਾਲ ਮੈਮੋਰੀਅਲ ਓਰੇਸ਼ਨ and President Appreciation Award. And yes, you are right, I am the first radiologist to get all these awards simultaneously. हाँ, एक पास I am lucky कि the conference, national conference ਅੰਮ੍ਰਿਤਸਰ 'ਚ ਸੀ, and I got all these awards in ਅੰਮ੍ਰਿਤਸਰ. I really feel really blessed. ਪਰਮਾਤਮਾ ਦੀ ਮਿਹਰ ਹੈ ਜੀ। ਡਾਕਟਰ ਸਰ, ਕੀ ਕਹਿਣਾ ਚਾਹੋਗੇ ਕਿ ACS ਦੇ ਨਾਮ ਨਾਲ ਜਿਹੜਾ ਡਾਇਗਨੋਸਟਿਕ ਸੈਂਟਰ ਤੁਸੀਂ ਸੇਵਾ ਦੇ ਰਹੇ ਹੋ, ਉਹਦੇ ਵਿੱਚ ਬਿਲਕੁਲ ਲੇਟੈਸਟ ਜਿਹੜੀ ਹੈਗੀਆਂ ਅਲਟਰਾਸਾਊਂਡ, ਲੇਟੈਸਟ ਜਿਹੜੀਆਂ ਮਸ਼ੀਨਸ ਤੁਸੀਂ ਇੰਸਟਾਲ ਕੀਤੀਆਂ, ਕਿ ਉਹਦੇ ਨਾਲ ਬਹੁਤ ਵਧੀਆ ਰਿਜ਼ਲਟਸ ਜਿਹੜੇ ਹੈਗੇ ਆ ਉਹਨਾਂ ਲੋਕਾਂ ਨੂੰ ਮਿਲ ਜਾਣ ਜਿਹੜੇ ਲੋਕ ਟੈਸਟਿੰਗ ਦੇ ਲਈ ਆਉਂਦੇ ਨੇ? ਦੇਖੋ, presently I am working as professor in Department of Radiology at Guru Ramdas Medical College, and in the evening I run my own ultrasound center. I am running just a simple ultrasound center. Though I have the latest equipment, it's a 3D 4D ultrasound latest machine. तो अल्ट्रासाउंड 'ਚ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਟੂ ਪ੍ਰੋਵਾਈਡ ਦ ਲੇਟੈਸਟ ਰਿਜ਼ਲਟਸ। ਜੋ ਟੈਕਨੋਲੋਜੀ ਐਡਵਾਂਸ ਕਰ ਰਹੀ ਹੈ ਐਵਰੀ ਇਨ ਦ ਫੀਲਡ ਆਫ ਐਬਡੋਮਨ, ਔਰ ਯੂ ਸੇ ਇਨ ਦ ਫੀਲਡ ਆਫ obstetrics, fetal scanning, every bit in every field, our aim is to provide the best possible result to the patient, because diagnostic ਤੋਂ ਹੀ ਅੱਗੇ treatment patient ਦਾ ਸ਼ੁਰੂ ਹੋਣਾ ਹੈ। from diagnosis only the treatment is going to establish. ਦੱਸੋ, ਕੀ ਕਹਿਣਾ ਚਾਹੋਗੇ ਕਿ ਜਿਹੜਾ ਅੱਜ ਦਾ ਯੁੱਗ ਆ ਜਿਹਦੇ ਵਿੱਚ ਅਲਟਰਾਸਾਊਂਡ ਇੱਕ ਬਹੁਤ ਵੱਡੀ ਨੈਸੈਸਿਟੀ ਬਣ ਗਈ ਹੈ, ਕਿਉਂਕਿ ਅੱਜ ਆਪਾਂ ਦੇਖ ਸਕਦੇ 30 ਸਾਲ ਦੇ ਬੱਚੇ ਜਿਹੜੇ ਹੈਗੇ ਆ, ਉਹਨਾਂ ਦੇ ਵੀ ਜਿਹੜੇ 30 ਸਾਲ ਦੇ ਲੋਕਾਂ ਦੇ ਵੀ ਅੱਜ ਲੀਵਰ ਫੈਟੀ ਹੋਣ ਲੱਗ ਗਏ ਆ। 30 ਸਾਲ ਦੇ ਲੋਕਾਂ ਦੇ ਵਿੱਚ ਹੀ ਬਹੁਤ ਪਹਿਲਾਂ ਜਿਹੜੀਆਂ ਪੱਥਰੀਆਂ ਦੀ ਆਪਾਂ ਗੱਲ ਕਰ ਲਈਏ, ਹੋਰ ਪ੍ਰੋਬਲਮਸ ਦੀ ਗੱਲ ਕਰ ਲਈਏ, ਲੜਕੀਆਂ ਨੂੰ PCOD ਦੇ ਕਾਰਨ ਜਿਹੜੀਆਂ ਹੈਗੀਆਂ ਅੱਜ ਕੱਲ੍ਹ ਸਿਸਟ ਦੀ ਗੱਲ ਕਰ ਲਈਏ, ਤਾਂ ਕਾਫੀ ਇਹ ਚੀਜ਼ਾਂ ਵੱਧ ਗਈਆਂ। ਔਰ ਉਹਦੇ ਲਈ ਮੇਰਾ ਖਿਆਲ ਆ ਕਿ ਜਿੱਦਾਂ ਆਪਾਂ ਕਹਿੰਦੇ ਆ ਕਿ ਆਪਣੇ ਸਰੀਰ ਦੇ ਟੈਸਟ ਕਰਾਉਣੇ ਚਾਹੀਦੇ ਆ, ਅਤੇ ਅਲਟਰਾਸਾਊਂਡ ਵੀ ਇੱਕ ਬਹੁਤ ਜ਼ਰੂਰੀ ਬਣ ਗਿਆ, ਜਿਹੜਾ ਕਿ ਸਾਨੂੰ 30 ਸਾਲ ਦੀ ਏਜ ਦੇ ਵਿੱਚ ਇੱਕ ਵਾਰੀ ਅਲਟਰਾਸਾਊਂਡ ਕਰਾ ਲੈਣਾ ਚਾਹੀਦਾ। ਨਹੀਂ, ਨਾਟ ਓਨਲੀ ਅਲਟਰਾਸਾਊਂਡ, ਸਾਰੇ ਬਲੱਡ ਟੈਸਟ ਅੱਜ ਕੱਲ੍ਹ ਜਿਹੜਾ ਥੀਮ ਆਫ, ਜਿਸ ਤਰ੍ਹਾਂ ਫॉर द ਥੀਮ ਫॉर ਹੈਲਥ, ਸਾਰਿਆਂ ਲਈ ਹੈਲਥ ਫॉर ਆਲ। ਜੇ ਤੁਹਾਡੀ ਹੈਲਥ ਹੈ ਤਾਂ ਸਭ ਕੁਛ ਹੈ। ਹੁਣ ਜੋ ਸਾਡੇ ਲੋਕਾਂ ਦਾ ਸਭੀ ਦਾ ਲਾਈਫ ਸਟਾਈਲ ਬਣ ਚੁੱਕਾ ਹੈ, ਸੀਡੈਂਟਰੀ ਲਾਈਫ ਸਟਾਈਲ, ਓਬੇਸਿਟੀ, ਫਾਸਟ ਫੂਡ ਐਂਡ ਆਲ ਦੈਟ, ਉਹਦੇ ਕਾਰਨ ਇਹ ਸਾਰੀਆਂ ਡਿਜ਼ੀਜ਼ਿਸ, ਦੀਜ਼ ਕ੍ਰੋਨਿਕ ਡਿਜ਼ੀਜ਼, ਦੀਜ਼ ਆਰ ਕਮਿੰਗ ਅਪ। ਹੁਣ ਉਹਨਾਂ ਦਾ ਅਰਲੀ ਡਾਇਗਨੋਸ ਹੋਣਾ, ਦੈਟ ਇਜ਼ ਵੈਰੀ ਇੰਪੋਰਟੈਂਟ। and for that you need to have testing, you need to have what you say, ਤੁਹਾਨੂੰ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਕਿ ਦੈਟ ਹਾਂ ਮੈਨੂੰ ਟੈਸਟ ਕਰਵਾਉਣਾ ਹੈ ਉਸ ਚੀਜ਼ ਦਾ। ਹੁਣ ਜਿਸ ਤਰ੍ਹਾਂ ਤੁਸੀਂ ਕਿਹਾ ਫੈਟੀ ਲਿਵਰ ਔਰ ਆਲ ਦੈਟ, ਹੁਣ ਫੈਟੀ ਲਿਵਰ ਲਾਈਕ ਇਨ ਆਰ ਨਰਦਰਨ ਸਟੇਟਸ
what we say is non-alcoholic steatohepatitis. Non-alcoholic is this is a ਨਵੀਂ ਚੀਜ਼ ਐਂਟੀਟੀ ਆ ਰਹੀ ਹੈ ਹੁਣ ਸਾਡੀ ਰੇਡੀਓਲੋਜੀ ਸੁਸਾਇਟੀ ਵੱਲੋਂ ਵੀ ਹੈਵ ਇਟ ਪ੍ਰੀਵੈਂਟਿਵ ਰੇਡੀਓਲੋਜੀ ਕੰਪੇਨ ਵੀ ਚਲਾਇਆ ਜਾ ਰਿਹਾ ਉਹਦੇ ਵਿੱਚ ਅਸੀਂ ਪ੍ਰੀਵੈਂਟਿਵ ਰੇਡੀਓਲੋਜੀ ਮਤਲਬ ਇਹ ਚੀਜ਼ਾਂ ਅਸੀਂ ਕਿਸ ਤਰ੍ਹਾਂ ਪ੍ਰੀਵੈਂਟ ਕਰ ਸਕਦੇ ਹਾਂ ਡਾਇਗਨੋਸ ਕਰਕੇ ਤੇ ਇੱਕ ਡਿਫਰੈਂਟ ਵਾਲਾ ਟਰੀਟ ਕਰਨਾ ਟੈਸਟਿੰਗ ਟਾਈਮਲੀ ਹੋਏ ਸੋ ਦੈਟ ਵੀ ਕੈਨ ਪ੍ਰੀਵੈਂਟ ਆਲ these things like PCOD. Now accurate diagnosis, timely diagnosis, that is very important because these are all ਸਾਰੀਆਂ curable conditions ਨੇ so if the diagnosis is proper definitely this is going to help in the long term. ਦੱਸੋ ਕੀ ਕਹਿਣਾ ਚਾਹੋਗੇ ਕਿ ਇਹ ਜਿਹੜਾ ਹਸਪੀਟਲ ਹੈ ਕਿਉਂਕਿ ਪਹਿਲਾਂ ਫਾਦਰ ਨੇ ਬੂਟਾ ਲਗਾਇਆ ਸਾਰੀ ਜ਼ਿੰਦਗੀ ਉਹਨਾਂ ਨੇ ਸੇਵਾ ਕੀਤੀ ਮਦਰ ਨੇ ਸੇਵਾ ਕੀਤੀ ਫਾਦਰ ਨੇ ਐਜ਼ ਏ ਸਰਜਨ ਔਰ ਹਮੇਸ਼ਾ ਸਫਾ ਉਹਨਾਂ ਦੇ ਹੱਥ ਦੇ ਵਿੱਚ ਔਰ ਮਦਰ ਦੇ ਹੱਥ ਦੇ ਵਿੱਚ ਪੂਰਾ ਉਹਨਾਂ ਨੇ ਮਦਰ ਨੇ ਜਿਹੜੀ ਹੈਗੀ ਆ ਸਰਕਾਰੀ ਵਿੱਦਿਆ ਦਾ ਦਾਨ ਦਿੱਤਾ ਸਾਰੀ ਜ਼ਿੰਦਗੀ ਔਰ ਤੁਹਾਡੇ ਵਾਈਫ ਜਿਹੜੇ ਕਿ ਸਕਿਨ ਦੇ ਸਪੈਸ਼ਲਿਸਟ ਨੇ ਔਰ ਉਹ ਵੀ ਅੱਜ ਸਕਿਨ ਦਾ ਜਿਹੜੇ ਡਾਕਟਰਸ ਹੈਗੇ ਆ ਉਹ ਇੱਕ ਸੋਹਣੇ ਬਣਾਉਣ ਵਾਲੇ ਡਾਕਟਰ ਆ ਜਿਹੜੇ ਉਹਦੇ 'ਚ ਕਨਵਰਟ ਹੋ ਰਹੇ ਹੈਗੇ ਆ ਡਰਮਾਟੋਲੋਜਿਸਟ ਜਿਹੜੀ ਹੈਗੀ ਡਰਮਾਟੋਲੋਜੀ ਦੀ ਜਿਹੜੀ ਟਰਮਸ ਸੀ ਜਿਹੜੀਆਂ ਹੈਗੀਆਂ ਉਹ ਇਸ ਨਾਲ ਹੋਣ ਲੱਗ ਗਈਆਂ ਕਿ ਅਸੀਂ ਚਿਹਰੇ ਨੂੰ ਸਮਾਰਟ ਬਣਾਉਣਾ ਚਿਹਰੇ ਦੀ ਲਿਫਟਿੰਗ ਕਰਾਉਣੀ ਆ ਉਹ 'ਚ ਬਾਇਓਟਿਕਸ ਕਰਨੇ ਆ ਕੀ ਕਹਿਣਾ ਚਾਹੋਗੇ ਕਿ ਆਸਥਾ ਦਾ ਕੇਂਦਰ ਹੈ ਇਹ ਹਸਪੀਟਲ ਜਿਹੜਾ ਹੈਗਾ ਜਿਸ ਦੇ ਵਿੱਚ ਇੱਕ ਫੈਮਿਲੀ ਹਸਪੀਟਲ ਹੈ ਔਰ ਅੱਜ ਤੱਕ ਕਦੇ ਡਾਕਟਰ ਸਾਹਿਬ ਨੇ ਕਿਸੇ ਤਰ੍ਹਾਂ ਦੀ ਕੋਈ ਪ੍ਰਮੋਸ਼ਨ ਨਹੀਂ ਕੀਤੀ ਕਦੇ ਬੋਰਡ ਨਹੀਂ ਬਾਲੇ ਲਗਾਏ ਉਹਨਾਂ ਦਾ ਮੰਨਣਾ ਇਹ ਹੈ ਕਿ ਅਸੀਂ ਵਾਹਿਗੁਰੂ ਦੇ ਬੰਦੇ ਹਾਂ ਔਰ ਸਾਨੂੰ ਜੋ ਅਸੀਂ ਸੇਵਾ ਕਰਾਂਗੇ ਜਿਸ ਤਰੀਕੇ ਨਾਲ ਉਹਨਾਂ ਦਾ ਸਾਫ਼ ਆ ਉਹ ਓਪਨ ਸਰਜਨ ਵੀ ਨੇ ਔਰ ਲੈਪਰੋਸਕੋਪਿਕ ਸਰਜਨ ਵੀ ਨੇ ਜਿਵੇਂ ਉਹਨਾਂ ਦਾ ਹੱਥ ਸਾਫ਼ ਆ ਉਹਨਾਂ ਨੂੰ ਆਪਦੇ ਕੌਨਫੀਡੈਂਸ ਹੈ ਕਿ ਅੱਗੇ ਜਿਹੜੀ ਆ ਚੇਨ ਬਣੀ ਜਾਂਦੀ ਹੈਗੀ ਆ ਔਰ ਉਹ ਚੇਨ ਦੇ ਨਾਲ ਜਿਹੜਾ ਹੈਗਾ ਆਪਣੇ ਆਪ ਜਿਹੜਾ ਵਾਹਿਗੁਰੂ ਕਿਰਪਾ ਕਰੀ ਜਾਂਦਾ ਦੇਖੋ ਤੁਸੀਂ ਇਹ ਸਭ ਕੁਝ ਆਪ ਹੀ ਕਹਿ ਦਿੱਤਾ ਮੈਂ ਕੀ ਕਮਾਂਡ ਇਹਦੇ ਬਾਰੇ ਬਟ ਹਾਂ ਡੈਫੀਨੇਟਲੀ ਇਹ ਬੂਟਾ ਬੜਾ ਪੁਰਾਣਾ ਸਾਡੇ ਕਹਿੰਦੇ ਨਾ ਦਾਦਾ ਜੀ ਦੇ ਟਾਈਮ ਦਾ ਲੱਗਿਆ ਠੀਕ ਹੈ ਮੇਰੇ ਇਹ ਸਾਰੀਆਂ ਸਾਡੀ ਉਹਨਾਂ ਦੀ ਬਲੈਸਿੰਗਸ ਨੇ ਮੇਰੇ ਲੇਟ ਗ੍ਰੈਂਡਫਾਦਰ ਸਰਦਾਰ ਅਤਰ ਸਿੰਘ ਜੀ ਅਤੇ ਇਹ ਸਾਰਾ ਅਸੀਂ ਉਦੋਂ ਛੋਟੇ ਹੁੰਦਿਆਂ ਤੋਂ ਅਸੀਂ ਕੁਛ ਕਰਨਾ ਨਾ ਕੋਈ ਐਗਜ਼ਾਮ ਦੇਣਾ ਅਤੇ ਅਸੀਂ ਵੀ ਯੂਜ਼ ਟੂ ਸੇ ਕਿ ਪਾਪਾ ਜੀ ਸਾਡੇ ਲਈ ਅਰਦਾਸ ਕਰਿਓ ਇਹ ਉਹਨਾਂ ਦੀ ਅਰਦਾਸਾਂ ਦਾ ਨਤੀਜਾ ਹੈ ਜੋ ਅਸੀਂ ਇੱਥੋਂ ਤੱਕ ਪਹੁੰਚੇ ਹਾਂ ਮਾਈ ਗ੍ਰੈਂਡਫਾਦਰ ਸਾਦਰ ਸਿੰਘ ਜੀ ਮਾਈ ਨਾਨਕਾ ਫੈਮਿਲੀ ਮੱਤੇਵਾਲ ਫੈਮਿਲੀ ਸਾਰਿਆਂ ਦੀ ਬਲੈਸਿੰਗਸ ਸਾਡੇ ਨਾਲ ਰਹੀਆਂ ਐਂਡ ਵੀ ਹੈਵ ਬੀਨ ਸਕਸੈਸਫੁਲ ਮੇਰੇ ਫਾਦਰ ਸਾਹਿਬ ਹੀ ਇਜ਼ ਅ ਸਰਜਨ he was in charge of the urology department at Guru Nanak Hospital. ਤੇ my mother she is retired as principal from Government Senior Secondary School, a national awardee. ਇਹ ਉਹਨਾਂ ਦਾ ਆਸ਼ੀਰਵਾਦ ਹੈ ਉਹਨਾਂ ਦੀ ਸਾਨੂੰ ਸਿੱਖਿਆ ਦਿੱਤੀ ਹੋਈ ਹੈ ਜਿਹੜੀ ਅਸੀਂ ਸਿੱਖਿਆ 'ਤੇ ਅਸੀਂ ਚੱਲ ਰਹੇ ਹਾਂ ਐਂਡ ਡੈਫੀਨੇਟਲੀ ਹੁਣ ਤੁਸੀਂ ਵਾਈਫ ਬਾਰੇ ਕਿਹਾ ਵਿਦਾਊਟ ਟੈਲਿੰਗ ਅਬਾਊਟ ਹਰ ਇਟ ਵਿਲ ਬੀ ਇਨਕੰਪਲੀਟ ਯਾ ਸ਼ੀ ਇਜ਼ ਅ ਬਿਊਟੀਫੁਲ ਡਰਮਾਟੋਲੋਜਿਸਟ ਡੂਇੰਗ ਹਰ ਡਰਮਾਟੋਲੋਜੀ ਪ੍ਰੈਕਟਿਸ ਆਲਸੋ ਪ੍ਰੋਫੈਸਰ ਇਨ ਡਰਮਾਟੋਲੋਜੀ ਐਟ ਗੁਰੂ ਰਾਮਦਾਸ ਮੈਡੀਕਲ ਕਾਲਜ ਛੋਟੀਆਂ ਮੇਰੀਆਂ 2 ਬੇਟੀਆਂ ਨੇ ਹੁਨਰ ਕੌਰ ਐਂਡ ਜੈਸਵੀ ਕੌਰ ਐਂਡ ਲਾਈਫ ਇਜ਼ ਬਲੈਸਡ ਪਰਮਾਤਮਾ ਦਾ ਆਸ਼ੀਰਵਾਦ ਹੈ ਦੱਸੋ ਕੀ ਕਹਿਣਾ ਚਾਹੋਗੇ ਕਿ ਕਿੰਨੀ ਕੁ ਤੁਹਾਨੂੰ ਖੁਸ਼ੀ ਹੋਈ ਕਿਉਂਕਿ 4000 ਡਾਕਟਰ ਦੇ ਵਿੱਚੋਂ my sister ਬਾਰੇ ਮੈਂ ਕਹਿਣਾ ਭੁੱਲ ਰਿਹਾ sister she is also microbiology professor in microbiology and my brother-in-law he is professor and head of ENT department the whole family ਸਾਰੀ ਫੈਮਿਲੀ ਹਾਂ ਡੈਫੀਨੇਟਲੀ ਡਾਕਟਰਸ ਦੀ ਫੈਮਿਲੀ ਹੈ ਡਾਕਟਰਸ ਦੀ ਇਸ ਤਰ੍ਹਾਂ ਸੋਚ ਆ ਬਸ ਡਾਕਟਰਸ ਫੈਮਿਲੀ ਅੱਗੇ ਉਸ ਤਰ੍ਹਾਂ ਹੀ ਚੱਲ ਰਹੀ ਹੈ ਅਤੇ ਡਾਕਟਰਸ ਫੈਮਿਲੀ ਬਸ ਪਰਮਾਤਮਾ ਦੀ ਮਿਹਰ ਚੱਲ ਰਹੀ ਹੈ ਜੀ ਦੱਸੋ ਕੀ ਕਹਿਣਾ ਚਾਹੋਗੇ ਕਿ ਜਦੋਂ ਇਹ ਮਾਣ ਮਹਿਸੂਸ ਹੋਇਆ ਜਦੋਂ ਇਹ ਅਵਾਰਡਸ ਮਿਲੇ ਔਰ 4000 ਰੇਡੀਓਲੋਜਿਸਟ ਜਿਹੜੇ ਰਿਨੋਡ ਇੰਡੀਆ ਦੇ ਵਿੱਚ ਆਏ ਹੋਏ ਸੀਗੇ ਕੀ ਕਹਿਣਾ ਚਾਹੋਗੇ ਕਿ ਸਟੇਟ ਆਫ ਮਾਈਂਡ ਕਿੱਦਾਂ ਦੀ ਸੀਗੀ ਕੀ ਕਹਿਣਾ ਚਾਹੋਗੇ ਕਿਵੇਂ ਤੁਹਾਨੂੰ ਫਿਰ ਖੁਸ਼ੀ ਹੋਈ ਕਿਵੇਂ ਜਦੋਂ ਪੇਰੈਂਟਸ ਨੂੰ ਕਿਉਂਕਿ ਉਹਨਾਂ ਨੂੰ ਵੀ ਮਾਣ ਆ ਤੁਹਾਡੇ ਉੱਪਰ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ 'ਚ ਤੁਸੀਂ ਹਰ ਕੰਮ ਦੇ ਪਰਫੈਕਟ ਹੋ ਅਗਰ ਤੁਸੀਂ ਪ੍ਰੋਫੈਸਰ ਹੋ ਤਾਂ ਤੁਸੀਂ ਖੁਦ ਜਿਹੜੇ ਹੈਗੇ ਆ ਨਈਆਂ ਕ੍ਰੀਏਸ਼ਨਸ ਕਰਦੇ ਹੋ ਇਕੱਲੀ ਇਹ ਪ੍ਰੋਫੈਸਰੀ ਨਹੀਂ ਕਿ ਪੜ੍ਹ ਕੇ ਚਲੇ ਜਾਣਾ ਪਰ ਤੁਸੀਂ ਆਨਲਾਈਨ ਵੀ ਰਹਿੰਦੇ ਹੋ ਗੂਗਲ ਤੋਂ ਇੰਸਟਾ ਤੋਂ ਚੀਜ਼ਾਂ ਜਿਹੜੀਆਂ ਕੱਢਦੇ ਰਹਿੰਦੇ ਹੋ ਵੀ ਕੋਈ ਨਵੀਂ ਚੀਜ਼ ਜਿਹੜੀ ਹੈਗੀ ਆ ਬੱਚਿਆਂ ਨੂੰ ਮੈਂ ਵੱਧ ਤੋਂ ਵੱਧ ਦੇ ਸਕਾਂ ਦੇਖੋ ਇਹ ਅਵਾਰਡਸ ਡੈਫੀਨੇਟਲੀ ਬਹੁਤ ਆਪਣੇ ਅੰਦਰੋਂ ਮਤਲਬ ਆਈ ਫੀਲ ਹੰਬਲਡ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਤੁਸੀਂ ਦੇਖੋ ਜਿੰਨੀ ਅੱਗੇ ਰਿਸਰਚ ਹੁੰਦੀ ਸੀ ਨਾ ਇਟ ਵਾਜ਼ ਇਨ ਵੱਡੇ ਇੰਸਟੀਟਿਊਟਸ ਏਮਸ PGI ਉਹ ਸਾਰੀ ਰਿਕੋਗਨਾਈਜ਼ ਜ਼ਿਆਦਾ ਸੀ ਜੀ ਠੀਕ ਹੈ ਇਟ ਇਜ਼ ਅ ਫਸਟ ਟਾਈਮ ਹੁਣ ਆਈ ਫੀਲ ਰੈਡੀ ਬਲੈਸਡ ਕਿ ਮੈਂ ਗੁਰੂ ਰਾਮਦਾਸ ਮੈਡੀਕਲ ਕਾਲਜ ਕੰਮ ਕਰ ਰਿਹਾ ਮੈਨੂੰ ਉੱਥੇ ਰਿਸਰਚ ਦੀ ਓਪਰਚੁਨਿਟੀ ਦਾ ਆਈ ਐਮ ਗਿਵਨ ਫ੍ਰੀ ਹੈਂਡ ਐਂਡ ਵੀ ਆਲਸੋ ਆਰ ਗਿਵਨ ਆਰ 100% ਫॉर दैट ਉਹਦੇ ਲਈ ਆਪਾਂ ਜਿੰਨੀ ਰਿਸਰਚ ਕਰ ਰਹੇ ਸਾਡੀ ਇੰਟਰਨੈਸ਼ਨਲ ਲੈਵਲ 'ਤੇ ਰਿਕੋਗਨਾਈਜ਼ ਹੋ ਰਹੀ ਹੈ ਬਿਕੋਜ਼ ਆਫ ਉਸ ਰਿਕੋਗਨੀਸ਼ਨ ਕਾਰਨ ਹੀ ਹੈ ਵੀ ਕੈਨ ਇਹ ਜਿਹੜੇ ਅਵਾਰਡਸ ਨੇ ਨਾ ਇਹਨਾਂ ਲਈ ਵੀ ਹੈਵ ਟੂ ਅਪਲਾਈ ਫॉर ਥੀਸ ਅਵਾਰਡਸ ਪੂਰੀ ਮਾਰਕ ਲਿਸਟ ਬਣਦੀ ਹੈ ਚੈੱਕ ਲਿਸਟ ਤੁਹਾਡੀ ਯੋਰ ਪਬਲੀਕੇਸ਼ਨਸ ਵਾਟ ਆਲ ਯੂ ਹੈਵ ਡਨ ਐਡੀ ਵੱਡੀ ਇੱਕ ਫਾਈਲ ਬਣਦੀ ਉਹ ਤਿਆਰ ਹੋ ਜਾਂਦੀ ਦੈਨ ਇਟ ਇਜ਼ ਸਕਰੂਟਨਾਈਜ਼ਡ ਅਕੋਰਡਿੰਗ ਟੂ ਦੈਟ ਸਕਰੂਟਨੀ ਤੁਹਾਨੂੰ ਸਿਲੈਕਟ ਕੀਤਾ ਜਾਂਦਾ ਤਾਂ ਸਾਡੇ ਹੁਣ ਇਹ ਅਵਾਰਡ ਚੱਲਿਆ ਆ ਰਿਹਾ ਜੀ ਡਾਕਟਰ VP ਲਖਨਪਾਲ ਜੀ ਦੇ ਨਾਮ ਤੋਂ ਸਰ ਦਾ ਨਾਮ ਅੰਮ੍ਰਿਤਸਰ 'ਚ ਵੈਸੇ ਇੱਕ ਫਾਦਰਲੀ ਫਿਗਰ ਹੈ ਤੋ ਗੈਟਿੰਗ ਅਵਾਰਡ ਇਨ ਅੰਮ੍ਰਿਤਸਰ ਇਨ ਹਿਜ਼ ਨੇਮ ਉਹ ਮੈਂ ਜਦੋਂ ਇੱਥੇ ਅਨਾਊਂਸ ਹੋਇਆ ਤਾਂ ਮੈਨੂੰ ਸਰ ਦਾ ਕਾਲ ਆਇਆ ਕਹਿੰਦੇ ਦਿਸ ਇਜ਼ ਦ ਫਸਟ ਟਾਈਮ ਮੇਰੇ ਨਾਮ ਦਾ ਅਵਾਰਡ ਕਿਸੇ ਪੰਜਾਬ 'ਚ ਕੀ ਅੰਮ੍ਰਿਤਸਰ 'ਚ ਪਹਿਲੀ ਵਾਰੀ ਮਿਲ ਰਿਹਾ
ਮੈਂ ਵਾਕਿਆ ਹੀ ਬੜਾ ਬਲੈਸਡ ਫੀਲ ਕੀਤਾ ਉਹਦੇ ਲਈ। ਦੂਸਰਾ ਹੈਗਾ ਡਾਕਟਰ ਦੀਵਾਨ ਚੰਦ ਅਗਰਵਾਲ ਮੈਮੋਰੀਅਲ ਓਰੇਸ਼ਨ। ਇਹ ਸਾਡੀ ਓਰੇਸ਼ਨਸ ਹੁੰਦੀਆਂ ਜਿਹੜੇ ਪੁਰਾਣੇ ਰੇਡੀਓਲੋਜਿਸਟ ਬਹੁਤ ਮੰਨੇ ਪ੍ਰਮੰਨੇ ਇਸ ਫੀਲਡ 'ਚ ਸੀਨੀਅਰ ਰੇਡੀਓਲੋਜਿਸਟ ਜਿਹੜੇ ਨੇ ਉਹਨਾਂ ਦੇ ਨਾਮ 'ਤੇ ਐਵਰੀਸ਼ਨਸ ਚੱਲ ਰਹੀਆਂ। ਉਹਦੇ ਲਈ ਵੀ ਤੁਹਾਡੀ ਰਿਸਰਚ ਸਾਰਾ ਕਾਊਂਟ ਹੋ ਕੇ ਓਨਲੀ ਦੈਨ ਤੁਹਾਨੂੰ ਕੋਈ ਸਿਲੈਕਸ਼ਨ ਹੁੰਦੀ ਹੈ। ਦੇਰ ਇਜ਼ ਅ ਬਿਗ ਕੰਪੀਟੀਸ਼ਨ ਫਰੋਮ ਆਲ ਏਮਸ, PGI, ਦਿੱਲੀ, ਐਵਰੀਵੇਅਰ। ਤੇ ਉੱਥੋਂ ਵੀ ਆਈ ਵਾਜ਼ ਸਿਲੈਕਟਡ ਫॉर ਦਿਸ ਓਰੇਸ਼ਨ। ਤੇ ਉਹ ਮੇਰੇ ਲਈ ਬਹੁਤ ਮੇਰੇ ਲਈ ਮੈਨੂੰ ਆਪ ਨੂੰ ਫੀਲ ਹੁੰਦਾ ਹੈ ਇਸ ਵੇਲੇ ਕਿ ਕੁਡ ਆਈ ਡੂ ਦਿਸ। ਵਾਕਈ ਮੇਰੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ। ਕੁਝ ਤੁਹਾਡੇ ਸਾਹਮਣੇ ਲੱਗਿਆ ਡਾਕਟਰ ਦੀਵਾਨ ਚੰਦ ਅਗਰਵਾਲ ਮੈਮੋਰੀਅਲ ਓਰੇਸ਼ਨ ਦਾ ਸਰਟੀਫਿਕੇਟ, ਡਾਕਟਰ VP ਲੱਖਨਪਾਲ ਗੋਲਡ ਮੈਡਲ, ਦੈਨ ਆਈ ਗॉट ਦਿਸ ਰਾਈਜ਼ਿੰਗ ਸਟਾਰ ਅਵਾਰਡ। ਇਹ ਸਭ ਗੁਰੂ ਰਾਮਦਾਸ ਜੀ ਦੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ। ਕਦੀ ਸੋਚਿਆ ਨਹੀਂ ਸੀ ਆਪਣੇ ਆਪ ਨੂੰ ਇਸ ਤਰ੍ਹਾਂ ਅਵਾਰਡ ਮਿਲ ਸਕਦੇ ਹੈ, ਬਟ ਇਹ ਉਹੀ ਹੈ ਨਾ ਸਾਰਾ ਜਿਸ ਤੋਂ ਸਾਡੇ ਇਹ ਮੇਰੇ ਦਾਦਾ ਜੀ ਦਾ ਆਸ਼ੀਰਵਾਦ, ਮਾਤਾ ਪਿਤਾ ਜੀ ਦਾ ਸਾਰਾ ਆਸ਼ੀਰਵਾਦ, ਡੈਫੀਨੇਟਲੀ ਵਾਈਫ ਦਾ ਜ਼ਿਆਦਾ ਸਭ ਤੋਂ ਜ਼ਿਆਦਾ ਸਾਥ ਅਤੇ ਬੱਚਿਆਂ ਦਾ ਪਿਆਰ, ਉਸੇ ਕਾਰਨ ਹੀ ਅਸੀਂ ਇਹ ਚੱਲ ਰਹੇ ਹਾਂ। ਬਸ ਇਹੀ ਕੁਝ ਹੀ ਹੈ ਲਾਈਫ। ਦਿਸ ਇਜ਼ ਆਲ ਵਾਟ ਵੀ ਹੈਵ ਅਰਨਡ ਇਨ ਲਾਈਫ। ਦੱਸੋ ਕੀ ਕਹਿਣਾ ਚਾਹੋਗੇ ਕਿ SGPC ਜਿਹੜੀ ਕਿ ਹਮੇਸ਼ਾ ਇੱਕ ਮਾਰਗਦਰਸ਼ਨ ਕਰਦੀ ਆ, ਔਰ SGPC ਜਿਹਨੇ ਹਮੇਸ਼ਾ ਸ਼੍ਰੀ ਗੁਰੂ ਰਾਮਦਾਸ ਕਾਲਜ ਨੂੰ ਉਹਨਾਂ ਨੇ ਐਸਾ ਸੇਵਾ ਦਾ ਕੇਂਦਰ ਬਣਾਇਆ। ਉਹਨਾਂ ਦੇ ਮਨ 'ਚ ਕਦੇ ਇੱਥੋਂ ਕੋਈ ਪੈਸਾ ਲੈਣਾ ਨਹੀਂ, ਬਲਕਿ ਉਹ ਕਹਿੰਦੇ ਦੱਸੋ ਸਾਨੂੰ ਕੀ ਅਸੀਂ ਇਹ 'ਚ ਡੋਨੇਸ਼ਨ ਪਾਉਣਾ। ਔਰ ਹਮੇਸ਼ਾ ਜਿਹੜੇ ਹੁਣ ਆਪਾਂ ਮੌਜੂਦਾ ਗੱਲ ਕਰ ਲਈਏ, ਤਾਮੀ ਸਰ ਦੀ ਗੱਲ ਕਰ ਲਈਏ, ਸੈਕਟਰੀ ਸਾਹਿਬ ਦੀ ਗੱਲ ਕਰ ਲਈਏ, ਤਾਂ ਉਹਨਾਂ ਨੇ ਇਸ ਕਾਲਜ ਨੂੰ ਇਹ ਕਿਹਾ ਕਿ ਤੁਸੀਂ ਜੋ ਮਰਜ਼ੀ ਕਰੋ। ਜਦੋਂ ਆਪਾਂ ਕਾਨਫਰੰਸ ਦੀ ਗੱਲ ਵੀ ਕਰ ਲਈਏ ਤਾਂ ਉਹਨਾਂ ਨੇ ਟੌਪ ਮੋਸਟ ਜਿਹੜੀ ਕਾਨਫਰੰਸ ਜਿਹੜੀ ਹੈਗੀ ਆ ਆਰਗੇਨਾਈਜ਼ ਕਰਨ ਦੇ ਵਿੱਚ ਬਹੁਤ ਵੱਡਾ ਹੱਥ SGPC ਦਾ ਸੀਗਾ, ਜਿਹਨੇ ਬਿਲਕੁਲ ਆਪਦੇ ਖਜ਼ਾਨਿਆਂ ਦੇ ਮੂੰਹ ਖੋਲ੍ਹੇ ਹੋਏ ਨੇ ਜਦੋਂ ਵੀ SGRD ਕਾਲਜ ਦੀ ਗੱਲ ਹੁੰਦੀ ਹੈ। ਦੇਖੋ ਡੈਫੀਨੇਟਲੀ ਅਬਾਊਟ ਦਿਸ ਮੈਂ ਇਹੀ ਕਿਹਾ ਕਿ ਆਈ ਫੀਲ ਰੀਅਲੀ ਬਲੈਸਡ ਕਿ ਆਈ ਐਮ ਅ ਪਾਰਟ ਆਫ ਦਿਸ SGPC ਐਂਡ SGRD ਇੰਸਟੀਟਿਊਸ਼ਨ। ਐਂਡ ਡੈਫੀਨੇਟਲੀ ਸਾਨੂੰ ਪੂਰਾ ਓਪਨ ਹੈਂਡ ਹੈ, ਕੋਈ ਰਿਸਰਚ ਕਰਨੀ ਹੈ ਫਰੋਮ ਦੀ ਐਡਮਿਨਿਸਟ੍ਰੇਸ਼ਨ, ਵੀ ਆਰ ਫੁੱਲ ਓਪਨ ਹੈਂਡਡ ਕਿ you do it and we are with you. And I can only say I feel really blessed to be a part of this noble institute, and I don't think there will be any other better. I tell you, I was selected in AIMS for senior residency. मैं ਜਦੋਂ AIMS ਦੇ ਵਿੱਚ ਗਿਆ, I was the only one. There was one seat and I was the only one who was selected. And then from there I came back now here to SGRD. So I feel blessed. This is like a home for me. तो मेरे लिए बहुत ਮਾਣ ਵਾਲੀ ਗੱਲ ਹੈ। ਦੱਸੋ ਕੀ ਕਹਿਣਾ ਚਾਹੋਗੇ ਕਿ ਅਗਰ ਆਪਾਂ ਤੁਸੀਂ ਇੱਕ ਸਕੈਨਰ ਹੋ, ਤੁਸੀਂ ਇੱਕ ਰੇਡੀਓਲੋਜਿਸਟ ਹੋ, ਲੋਕ ਕਈ ਵਾਰ ਜਿੱਦਾਂ ਪੱਥਰੀਆਂ ਦੀ ਆਪਾਂ ਗੱਲ ਕਰ ਲਈਏ ਤਾਂ ਬੜੀ ਲਾਈਟਲੀ ਲੈ ਲੈਂਦੇ ਆ ਔਰ ਆਪਣੇ ਟੋਟਕੇ ਕਰਦੇ ਰਹਿੰਦੇ ਆ, ਸਹੀ ਵੱਧ ਜਾਂਦੇ ਆ, ਕਿਡਨੀਆਂ ਦੇ ਇਫੈਕਟ ਹੋ ਜਾਂਦਾ। ਉਸੇ ਤਰ੍ਹਾਂ ਨਾਲ ਆਪਾਂ ਜੇ ਗੱਲ ਕਰ ਲਈਏ ਪਿੱਤੇ ਦੀ ਪੱਥਰੀ ਦੀ ਗੱਲ ਕਰ ਲਈਏ ਤਾਂ ਪਿੱਤੇ ਦੀ ਪੱਥਰੀ ਨੂੰ ਵੀ ਲਾਈਟਲੀ ਲੈ ਕੇ ਪਹਿਲਾਂ ਕੋਈ ਨਾ ਕੋਈ ਦੇਖ ਕੇ ਵੀ ਨਹੀਂ ਪਿੱਤਾ ਨਹੀਂ ਕਢਾਉਣਾ। ਔਰ ਕੀ ਕਹਿਣਾ ਚਾਹੋਗੇ ਕਿ ਇਹ ਜਿਹੜੀਆਂ ਸਕੈਨਿੰਗਸ ਹੈਗੀਆਂ ਇਹ ਇਸ ਕਰਕੇ ਕਿ ਅਗਰ ਤੁਹਾਨੂੰ ਇੱਕ ਪ੍ਰੋਬਲਮ ਆਉਂਦੀਆਂ ਤਾਂ ਤੁਹਾਨੂੰ ਰਿਕੋਗਨਾਈਜ਼ ਹੋ ਜਾਣ ਪਹਿਲੀ ਗੱਲ ਤਾਂ, ਔਰ ਅਗਰ ਰਿਕੋਗਨਾਈਜ਼ ਹੋ ਜਾਂਦੀ ਹੈ ਤਾਂ ਯੂ ਸ਼ੁੱਡ ਟ੍ਰੀਟ ਦੈਮ। ਬਿਲਕੁਲ ਡੈਫੀਨੇਟਲੀ ਜੇ ਡਾਇਗਨੋਸ ਹੋ ਪਾਏਗਾ ਤਾਂ ਹੀ ਟ੍ਰੀਟਮੈਂਟ ਹੋਏਗਾ ਨਾ। ਦੈਨ ਟਾਈਮਲੀ ਡਾਇਗਨੋਸਿਸ, ਐਕੂਰੇਟ ਡਾਇਗਨੋਸਿਸ, ਇਹ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਸਾਡੀ ਫੀਲਡ 'ਚ। ਬਾਕੀ ਜਿਹੜਾ ਟ੍ਰੀਟਮੈਂਟ ਪਾਰਟ ਹੈ ਡੈਫੀਨੇਟਲੀ ਦ ਟ੍ਰੀਟਿੰਗ ਔਰ ਕੰਸਲਟਿੰਗ ਫਿਜ਼ੀਸ਼ੀਅਨ ਔਰ ਦ ਸਰਜਨ ਔਰ ਦ ਡਾਕਟਰ, ਡੈਫੀਨੇਟਲੀ ਉਹਦਾ ਜ਼ਿਆਦਾ ਬੈਟਰ ਪਾਰਟ ਹੈ ਕਿ ਹਾਊ ਟੂ ਟ੍ਰੀਟ ਦੈਟ ਸਟੋਨ ਜਾਂ ਕਿੱਦਾਂ ਟ੍ਰੀਟ ਕਰਨਾ। ਟਾਈਮਲੀ ਡਾਇਗਨੋਸਿਸ ਲਈ ਅਲਟਰਾਸਾਊਂਡ ਐਸ ਵੇਲ ਇਜ਼ ਦ ਪ੍ਰੀਵੇਲੈਂਟ ਐਵਰ ਲਾਸਟਿੰਗ ਐਵਰਗ੍ਰੀਨ ਮੋਡੈਲਿਟੀ ਜਿਹੜੀ ਚੱਲ ਰਹੀ ਹੈ। ਈਵਨ ਅਲਟਰਾਸਾਊਂਡ ਦਾ ਅੱਜ ਕੱਲ੍ਹ ਜੋ ਆਬਸਟੈਟ੍ਰਿਕਸ ਦੇ ਵਿੱਚ ਰੋਲ ਹੈ ਦੈਟ ਇਜ਼ ਅ ਵੈਰੀ ਬਿਗ ਰੋਲ ਹੁਣ ਤੇ ਹੋ ਚੁੱਕਾ। ਦੱਸੋ ਗੱਲ ਕਰ ਲਈਏ ਅੱਜ ਦਾ ਜਿਹੜਾ ਯੁੱਗ ਹੈ ਜਿਹਦੇ 'ਚ 1 ਜਾਂ 2 ਬੱਚੇ ਹੁੰਦੇ ਆ, ਬੜੇ ਪ੍ਰੀਸ਼ੀਅਸ ਬੱਚੇ ਹੁੰਦੇ ਨੇ, ਔਰ ਲੋਕ ਉਹਦੇ ਵਿੱਚ ਵੀ ਜਿੱਦਾਂ ਤੁਸੀਂ ਆਬਸਟ੍ਰੀਸ਼ਨ ਤੇ ਗਾਇਨੀ ਦੀ ਗੱਲ ਕੀਤੀ ਹੈਗੀ ਆ, ਤਾਂ ਜਦੋਂ ਇੱਕ ਵਾਰੀ ਕਨਸੀਵ ਕਰ ਜਾਂਦੇ ਆ ਤਾਂ ਜਿਹੜੇ ਸਕੈਨਸ ਡਾਕਟਰਸ ਕਹਿੰਦੇ ਆ, ਗਾਇਨਕੋਲੋਜਿਸਟ ਤੁਹਾਨੂੰ ਗਾਈਡ ਕਰਦੀਆਂ, ਆਬਸਟ੍ਰੀਸ਼ਨ ਗਾਈਡ ਕਰਦੀਆਂ, ਯੂ ਸ਼ੁੱਡ ਡੂ। ਕਿਉਂਕਿ ਅੱਜ ਦਾ ਜਿਹੜਾ ਯੁੱਗ ਹੈਗਾ ਅਗਲਾ ਯੁੱਗ ਨਹੀਂ ਹੈ ਕਿ ਅਗਲੇ ਯੁੱਗ ਦੇ ਵਿੱਚ ਕੁੜੀਆਂ ਜਿਹੜੀਆਂ ਲੇਡੀਜ਼ ਹੈਗੀਆਂ ਕਣਕਾਂ ਧੋਂਦੀਆਂ, ਬੱਚੇ ਜਨਮ ਲੈਂਦੀਆਂ ਸੀਗੀਆਂ। ਅੱਜ ਬੱਚੇ ਜੰਮਣੇ ਬੜਾ ਔਖਾ ਕੰਮ ਹੈਗਾ, ਬੜੇ ਪ੍ਰੋਬਲਮਸ ਵਾਲੀ ਗੱਲ ਹੈਗੀ ਆ। ਔਰ ਜਿਸ ਤਰੀਕੇ ਦੇ ਨਾਲ ਅੱਜ ਦੀ ਜਿਹੜੀ ਜਿਹੜੀਆਂ ਸਾਡੀਆਂ ਲੇਡੀਜ਼ ਹੈਗੀਆਂ ਉਹਨਾਂ ਨੇ ਕੰਮ ਕਾਰ ਘੱਟ ਕਰਨਾ, ਉਹਨਾਂ ਨੇ ਜੰਕ ਫੂਡਸ ਖਾਣੇ, ਕੀ ਕਹਿਣਾ ਚਾਹੋਗੇ ਕਿ ਉਹਦੇ ਲਈ ਇਹ ਅਲਟਰਾਸਾਊਂਡਸ ਜਿਹੜੇ ਜ਼ਰੂਰੀ ਨੇ? ਇਹ ਨਾ ਸੋਚੋ ਕਿ ਡਾਕਟਰ ਕਹਿ ਰਿਹਾ, ਬਟ ਦਿਸ ਇਜ਼ ਦੀ ਨੈਸੈਸਿਟੀ। ਡੈਫੀਨੇਟਲੀ ਨਾ ਸਿਰਫ ਲੇਡੀਜ਼ ਨਹੀਂ, ਈਵਨ ਫॉर ਮੇਲਸ ਜੋ ਓਬੇਸਿਟੀ ਸੈਡੈਂਟਰੀ ਲਾਈਫ ਸਟਾਈਲ ਚੱਲ ਰਿਹਾ ਵੀ ਦੇਰ ਆਰ ਕਪਲਸ ਜਿਹਨਾਂ ਕਨਸੀਵ ਕਰਨ 'ਚ ਵੀ ਪ੍ਰੋਬਲਮ ਆ ਰਹੀ ਹੈ, ਜਾਂ ਕਪਲਸ ਉਸ ਤੋਂ ਬਾਅਦ ਜਿਹਦੇ ਪ੍ਰੈਗਨੈਂਸੀ 'ਚ ਅਲਟਰਾਸਾਊਂਡ ਹੋ ਰਿਹਾ, ਹੁਣ ਮੋਡੈਲਿਟੀ ਕੰਪਲੀਟਲੀ ਚੇਂਜ ਹੋ ਚੁੱਕੀ ਹੈ। ਅੱਗੇ ਅਲਟਰਾਸਾਊਂਡ ਮੋਡੈਲਿਟੀ ਸੀ ਸਿਰਫ ਟੂ ਲੁੱਕ ਫॉर ਕਿ ਹਾਂ ਪ੍ਰੈਗਨੈਂਸੀ ਹੋ ਗਈ ਜਾਂ ਨਹੀਂ ਹੋਈ, ਬੱਚੇ ਦਾ ਕੀ ਵੇਟ ਹੈ।
ਹੁਣ ਮੋਡੈਲਿਟੀ ਦਾ ਐਂਟਾਇਰ ਤਰ੍ਹਾਂ ਹੀ ਡਿਫਰੈਂਟ ਹੋ ਚੁੱਕਾ ਹੈ। ਹੁਣ ਪ੍ਰੈਗਨੈਂਸੀ 'ਚ ਕੀ ਕੰਪਲੀਕੇਸ਼ਨ ਆ ਸਕਦੀ ਹੈ, ਅਸੀਂ ਉਹਨੂੰ ਪ੍ਰੀਵੈਂਟਿਵ ਤੌਰ 'ਤੇ ਅਲਟਰਾਸਾਊਂਡ 'ਤੇ ਦੇਖ ਰਹੇ ਹਾਂ। ਡੋਪਲਰ ਆ ਗਏ ਨੇ, ਯੂਟਰਾਈਨ ਆਰਟਰੀ ਡੋਪਲਰ ਸਾਰੇ, ਕਿ ਉਹ ਅਲਟੀਮੇਟਲੀ ਕੀ ਹਾਈਪਰਟੈਂਸ਼ਨ ਤਾਂ ਨਹੀਂ ਹੋਏਗੀ ਲੇਡੀ ਨੂੰ। ਜੇ ਕੋਈ ਲੇਡੀ ਡਾਇਬਟਿਕ ਹੈ ਉਹਦੀ ਕੀ ਪ੍ਰੀਕਾਸ਼ਨ ਕਰਨੀ ਹੈ, ਉਹਦੇ ਡਾਪਲਰਸ ਦੇ ਕੀ ਟੈਸਟ ਆਣੇ ਹੈ। ਬੱਚੇ ਦਾ ਐਨੋਮਲੀ ਸਕੈਨ ਆ ਜਾਏਗੀ, ਬੱਚੇ ਦੀ ਜੇ ਕੋਈ ਅਨੋਮਲੀ ਹੈ ਰਾਦਰ ਦੈਨ ਉਸ ਤੋਂ ਬਾਅਦ ਲਾਈਫ ਲੌਂਗ ਟੂ ਹੈਵ ਅ ਬੇਬੀ ਵਿਦ ਐਨੋਮਲੀ, ਉਹਦੇ ਕਾਰਨ ਜੇ ਅਸੀਂ ਪਹਿਲਾਂ ਉਹਨੂੰ ਪ੍ਰੀਵੈਂਟ ਕਰ ਸਕੀਏ ਇਫ ਇਟ ਇਜ਼ ਅ ਲਾਈਫ ਥ੍ਰੈਟਨਿੰਗ ਐਨੋਮਲੀ, है ना। तो वो दी चीज़ा जब टेक्नोलॉजी एडवांस हुई है, डेफिनेटली टेक्नोलॉजी का अच्छे पासे यूज़ होना बहुत ज़रूरी है। सो दिस इज़ डेफिनेटली हेल्पिंग इन प्रेगनेंट, नॉट ओनली इन प्रेगनेंट पेशेंट, इन all the clinical modalities, I think so। ਡਾਕਟਰ ਸਾਹਿਬ, ਯੂ ਆਰ ਐਨ ਇੰਸਟੀਟਿਊਸ਼ਨ, ਸਾਡੇ ਚੈਨਲ ਦੇ ਉੱਤੇ ਸਾਡੇ ਦਰਸ਼ਕਾਂ ਨੂੰ ਅਵੇਅਰ ਕਰਨ ਦੇ ਲਈ ਔਰ ਇੱਕ ਐਸੀ ਪਰਸਨੈਲਿਟੀ ਨਾਲ ਅਸੀਂ ਬੈਠੇ ਹਾਂ ਜਿਹਨੇ ਸਾਡੇ ਪੰਜਾਬ ਦਾ ਮਾਣ ਵਧਾਇਆ, 3 ਅਵਾਰਡ ਜਿਹੜੇ ਹੈਗੇ ਆ ਪੰਜਾਬ ਨੂੰ ਦਿਲਾਏ ਨੇ। ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਸਰ ਬਹੁਤ ਬਹੁਤ ਧੰਨਵਾਦ। ਨਹੀਂ, ਇਹ ਤੁਹਾਡਾ ਧੰਨਵਾਦ ਹੈ। ਮੈਂ ਤੁਹਾਡੇ ਦਰਸ਼ਕਾਂ ਦਾ ਵੀ ਹੱਥ ਜੋੜ ਕੇ ਧੰਨਵਾਦ ਕਰਾਂਗਾ। ਤੁਹਾਡੇ ਸਾਰਿਆਂ ਦੀ ਬਲੈਸਿੰਗਸ ਹੈਗੀਆਂ, ਤੁਸੀਂ ਸਪੈਸ਼ਲ ਆਏ ਹੋ, ਜੀ ਆਇਆਂ ਨੂੰ ਜੀ। ਥੈਂਕ ਯੂ ਸੋ ਮਚ। ਬਾਕੀ ਪਰਮਾਤਮਾ ਦਾ ਆਸ਼ੀਰਵਾਦ ਹੈ। ਗੋਡ ਬਲੈਸ ਯੂ ਆਲ। ਥੈਂਕ ਯੂ ਸੋ ਮਚ।